Good morning to all students. Students, in the previous lecture, we read about components of computer networks and first part, that is computer, is read, and also read its parts client or node and server. Now we will discuss about network interface card. A network interface card, in short form NIC, is a computer circuit board or card that is installed in a computer so that it can be connected to a network ਕਿ ਜਿਹੜਾ ਨੈਟਵਰਕ ਇੰਟਰਫੇਸ ਕਾਰਡ ਆ ਇਹ ਕੀ ਆ ਇੱਕ ਕੰਪਿਊਟਰ ਸਰਕਟ ਬੋਰਡ ਆ ਜਾਂ ਸਿੰਪਲੀ ਆਪਾਂ ਕਾਰਡ ਕਹਿ ਦਈਏ ਜਿਹੜਾ ਕੀ ਆ ਇੰਸਟਾਲ ਕੀਤਾ ਜਾਂਦਾ ਵਾ ਕੰਪਿਊਟਰ ਦੇ ਵਿੱਚ ਐਂਡ ਸੋ ਦੈਟ ਇਟ ਕੈਨ ਬੀ ਕਨੈਕਟਡ ਟੂ ਆ ਨੈਟਵਰਕ ਅਤੇ ਇਹਦੇ ਨਾਲ ਕੀ ਆ ਜਿਹੜਾ ਕੰਪਿਊਟਰ ਆ ਉਹਨੂੰ ਨੈਟਵਰਕ ਦੇ ਨਾਲ ਜੋੜਦਾ ਵਾ ਇਟ ਸ਼ੁੱਡ ਬੀ ਫਿਟਡ ਇਨ ਈਚ ਕਲਾਇੰਟ ਐਂਡ ਸਰਵਰ ਕੰਪਿਊਟਰ ਜਿਵੇਂ ਕਿ ਅਸੀਂ ਪਹਿਲਾਂ ਕੰਪਿਊਟਰ ਦੇ ਪਾਰਟਸ ਰੀਡ ਕਰ ਚੁੱਕੇ ਹਾਂ ਕਿ ਦੋ ਤਰ੍ਹਾਂ ਦੇ ਪਾਰਟਸ ਆ ਉਹਦੇ ਮਤਲਬ ਜਿਹੜੇ ਕੰਪਿਊਟਰ ਆ ਇੱਕ ਕਲਾਇੰਟ ਕੰਪਿਊਟਰ ਆ ਇੱਕ ਸਰਵਰ ਕੰਪਿਊਟਰ ਆ ਤਾਂ ਜਿਹੜਾ NIC ਕਾਰਡ ਆ ਇਹ ਦੋਨਾਂ ਦੇ ਵਿੱਚ ਹੀ ਹੋਣਾ ਚਾਹੀਦਾ ਵਾ ਕਲਾਇੰਟ ਕੰਪਿਊਟਰ ਦੇ ਵਿੱਚ ਵੀ ਅਤੇ ਸਰਵਰ ਕੰਪਿਊਟਰ ਦੇ ਵਿੱਚ ਵੀ ਐਕਚੁਅਲੀ ਇਟ ਡਿਵੈਲਪਸ ਰਿਲੇਸ਼ਨਸ਼ਿਪ ਬਿਟਵੀਨ ਕਾਰਡ ਸਰਵਰ ਐਂਡ ਕਲਾਇੰਟ ਤਾਂ ਇਹ ਕੀ ਆ ਜਿੰਨੇ ਵੀ ਮਤਲਬ ਕਲਾਇੰਟਸ ਆ ਉਹਨਾਂ ਦੇ ਵਿਚਕਾਰ ਐਂਡ ਜਿਹੜੇ ਉਹਦੇ ਨਾਲ ਸਰਵਰ ਕੰਪਿਊਟਰਸ ਆ ਉਹਨਾਂ ਦੇ ਵਿੱਚ ਕੀ ਕਰਦਾ ਵਾ ਇਹ ਜਿਹੜਾ ਲਿੰਕ ਆ ਮਤਲਬ ਉਸ ਚੀਜ਼ ਨੂੰ ਰਿਲੇਸ਼ਨਸ਼ਿਪ ਆ ਉਹ ਕ੍ਰੀਏਟ ਕਰਦਾ ਵਾ every client linked to network interface card has its own specific number in is called node address ਕਿ ਹਰ ਇੱਕ ਜਿਹੜਾ ਕਲਾਇੰਟ ਆ ਜੋ ਨੈਟਵਰਕ ਇੰਟਰਫੇਸ ਕਾਰਡ ਦੇ ਨਾਲ ਕਨੈਕਟਡ ਆ ਉਹਨੂੰ ਕੀ ਆ ਇੱਕ ਸਪੈਸੀਫਿਕ ਨੰਬਰ ਅਲੋਟ ਕੀਤਾ ਜਾਂਦਾ ਜਿਹਨੂੰ ਕੀ ਬੋਲਦੇ ਆ ਨੋਡ ਐਡਰੈਸ ਫੋਰ ਐਗਜ਼ਾਮਪਲ ਕਿ ਜਿਵੇਂ ਇੱਕ ਕਲਾਸ ਦੇ ਵਿੱਚ 30 ਸਟੂਡੈਂਟਸ ਨੇ ਤਾਂ ਉਹਨਾਂ 30 ਸਟੂਡੈਂਟਸ ਨੂੰ ਮਤਲਬ ਇੱਕ ਸਪੈਸੀਫਿਕ ਨੰਬਰ ਅਲੋਟ ਕੀਤਾ ਜਾਂਦਾ ਜਿਹਨੂੰ ਕੀ ਬੋਲਿਆ ਜਾਂਦਾ ਰੋਲ ਨੰਬਰ ਜੋ ਕਿ ਆ ਇੱਕ ਸਟੂਡੈਂਟ ਦੀ ਆਈਡੈਂਟੀਫਿਕੇਸ਼ਨ ਆ ਸੋ ਸੇਮ ਇਸੇ ਤਰ੍ਹਾਂ ਕਿ ਜੋ NIC ਦੇ ਨਾਲ ਮਤਲਬ ਜਿੰਨੇ ਵੀ ਜਿਹੜੇ ਕੰਪਿਊਟਰਸ ਨੇ ਕਲਾਇੰਟਸ ਨੇ ਉਹ ਕਨੈਕਟਡ ਨੇ ਉਹਨਾਂ ਨੂੰ ਵੀ ਇੱਕ ਜਿਹੜਾ ਨੰਬਰ ਆ ਉਹ ਅਲੋਟ ਕੀਤਾ ਜਾਂਦਾ ਜਿਹਨੂੰ ਕੀ ਬੋਲਿਆ ਜਾਂਦਾ ਨੋਡ ਐਡਰੈਸ ਦੇਰ ਆਰ 2 ਟਾਈਪਸ ਆਫ ਕੰਪਿਊਟਰ ਕਾਰਡਸ ਜਿਹੜੀਆਂ ਕੰਪਿਊਟਰ ਨੈਟਵਰਕ ਕਾਰਡਸ ਨੇ ਉਹ ਕਿੰਨੇ ਤਰ੍ਹਾਂ ਦੇ ਨੇ ਦੋ ਤਰ੍ਹਾਂ ਦੇ ਨੇ ਫਸਟਲੀ ਇਜ਼ ਵਾਇਰਡ ਐਂਡ ਸੈਕਿੰਡ ਇਜ਼ ਵਾਇਰਲੈਸ ਦਾ ਵਾਇਰਡ NIC ਯੂਜ਼ਿਜ਼ ਕੇਬਲਸ ਐਂਡ ਕਨੈਕਟਰਸ ਕਿ ਜਿਹੜਾ ਵਾਇਰਡ ਕਾਰਡ ਆ ਇਹ ਕਿਹਨਾਂ ਚੀਜ਼ਾਂ ਨੂੰ ਯੂਜ਼ ਕਰਦਾ ਕੇਬਲਸ ਨੂੰ ਅਤੇ ਕਨੈਕਟਰਸ ਨੂੰ ਯੂਜ਼ ਕਰਦਾ ਐਜ਼ ਅ ਮੀਡੀਅਮ ਟੂ ਟਰਾਂਸਫਰ ਡੇਟਾ ਕਿ ਜਦੋਂ ਉਹਨਾਂ ਨੇ ਜਿਹੜਾ ਡਾਟਾ ਉਹਨੂੰ ਟਰਾਂਸਫਰ ਕਰਨਾ ਵਾ ਤਾਂ ਉਹ ਕੇਬਲਸ ਦੀ ਵਰਤੋਂ ਕਰਦਾ ਵਾ ਵੇਅਰ ਐਜ਼ ਇਨ ਦਾ ਵਾਇਰਲੈਸ ਕਾਰਡ ਦਾ ਕਨੈਕਸ਼ਨ ਇਜ਼ ਮੇਡ ਯੂਜ਼ਿੰਗ ਐਂਟੀਨਾ ਤਾਂ ਜਿਹੜਾ ਵਾਇਰਲੈਸ ਕਾਰਡ ਆ ਉਹ ਕਿਸ ਚੀਜ਼ ਨੂੰ ਯੂਜ਼ ਕਰਦਾ ਵਾ ਐਂਟੀਨਾ ਯੂਜ਼ ਕਰਦਾ ਵਾ ਕਨੈਕਸ਼ਨ ਨੂੰ ਬਣਾਉਣ ਦੇ ਲਈ ਦੈਟ ਇੰਪਲੋਇਜ਼ ਰੇਡੀਓ ਵੇਵ ਟੈਕਨੋਲੋਜੀ ਮਤਲਬ ਜਿਹੜੀ ਕਿਸ ਟੈਕਨੋਲੋਜੀ ਦੇ ਵਿੱਚ ਆਉਂਦੀ ਆ ਸਾਡੇ ਕੋਲ ਰੇਡੀਓ ਵੇਵਸ ਟੈਕਨੋਲੋਜੀ ਦੇ ਤਰ੍ਹਾਂ Next is hub or switch. A networking hub or switch is a device that allow you to connect multiple computers to a single network device. ਜਿਵੇਂ ਅਸੀਂ ਨੈਟਵਰਕਿੰਗ ਦਾ ਜਿਹੜਾ ਕਨਸੈਪਟ ਆ ਉਹ ਰੀਡ ਕਰ ਰਹੇ ਹਾਂ ਤਾਂ ਇਹਦੇ ਵਿੱਚ ਕੀ ਆ ਕਿ ਇੱਕ ਡਿਵਾਈਸ ਆ ਜਿਹਨੂੰ ਹੱਬ ਬੋਲਿਆ ਜਾਂਦਾ ਹੱਬ ਕੀ ਆ ਇੱਕ ਡਿਵਾਈਸ ਆ ਜਿਹੜੀ ਕੀ ਕਰਦੀ ਆ ਮਤਲਬ ਜਿਹਦੇ ਥਰੂ ਕੀ ਆ ਅਸੀਂ ਬਹੁਤ ਸਾਰੇ ਜਿਹੜੇ ਮਲਟੀਪਲ ਕੰਪਿਊਟਰਸ ਨੇ ਮਤਲਬ ਉਹਨਾਂ ਨੂੰ ਇੱਕ ਸਿੰਗਲ ਜਿਹੜੀ ਨੈਟਵਰਕ ਡਿਵਾਈਸ ਆ ਉਹਦੇ ਨਾਲ ਜੋੜ ਸਕਦੇ ਹਾਂ ਇਨ ਇਟਸ ਸਿੰਪਲੈਸਟ ਫਾਰਮ ਆ ਹੱਬ ਵਰਕਸ ਬਾਏ ਡੁਪਲੀਕੇਟਿੰਗ ਦੀ ਡਾਟਾ ਪੈਕੇਟਸ ਰਿਸੀਵਡ ਵਾਇਆ ਵਨ ਪੋਰਟ ਐਂਡ ਮੇਕਿੰਗ ਇਟ ਅਵੇਲੇਬਲ ਟੂ ਆਲ ਪੋਰਟਸ ਹੁਣ ਹੱਬ ਦਾ ਜਿਹੜਾ ਮੇਨ ਵਰਕ ਆ ਉਹ ਕੀ ਆ ਕਿ ਹੱਬ ਜਿਹੜੀ ਆ ਇੱਕ ਪੋਰਟ ਤੋਂ ਜਿਹੜਾ ਡੇਟਾ ਵਾ ਮਤਲਬ ਉਹਨੂੰ ਰਿਸੀਵ ਕਰਦੀ ਆ ਅਤੇ ਉਸੇ ਜਿਹੜਾ ਡਾਟਾ ਪੈਕੇਟ ਆ ਜੋ ਉਹਨੇ ਇੱਕ ਪੋਰਟ ਤੋਂ ਰਿਸੀਵ ਕੀਤਾ ਉਹਨੂੰ ਡੁਪਲੀਕੇਟ ਕਰਦੀ ਆ ਡੁਪਲੀਕੇਟ ਕਰਕੇ ਅਗਲੀਆਂ ਜਿਹੜੀਆਂ ਪੋਰਟਸ ਆ ਉਹਨਾਂ ਨੂੰ ਸੈਂਡ ਕਰਦੀ ਆ ਕਿ ਜਿਵੇਂ ਕਿਹਾ ਕਿ ਹੱਬ ਵਰਕਸ ਬਾਏ ਡੁਪਲੀਕੇਟਿੰਗ ਦੀ ਡਾਟਾ ਪੈਕੇਟਸ ਕਿ ਹੱਬ ਕਿਹਦੇ 'ਤੇ ਵਰਕ ਕਰਦੀ ਆ ਡੁਪਲੀਕੇਟਿੰਗ ਡਾਟਾ ਪੈਕੇਟਸ 'ਤੇ ਰਿਸੀਵਡ ਵਾਇਆ ਵਨ ਪੋਰਟ ਐਂਡ ਜਿਹੜੀ ਉਹਨੇ ਇੱਕ ਪੋਰਟ ਤੋਂ ਰਿਸੀਵ ਕੀਤੀ ਆ ਐਂਡ ਮੇਕਿੰਗ ਇਟ ਅਵੇਲੇਬਲ ਟੂ ਆਲ ਪੋਰਟਸ ਅਤੇ ਬਾਕੀ ਜਿੰਨੀਆਂ ਵੀ ਸਾਰੀਆਂ ਪੋਰਟਸ ਨੇ ਉਹਨਾਂ ਨੂੰ ਅਵੇਲੇਬਲ ਕਰਵਾਉਂਦੀ ਆ ਉਹਨਾਂ ਨੂੰ ਉਪਲਬਧ ਕਰਵਾਉਂਦੀ ਆ ਦੇਅਰ ਫੋਰ ਅਲਾਈਂਗ ਡਾਟਾ ਸ਼ੇਅਰਿੰਗ ਬਿਟਵੀਨ ਆਲ ਡਿਵਾਈਸਿਸ ਕਨੈਕਟਡ ਟੂ ਹੱਬ
कि जिन्ने भी PC ने वो एक हब दे नाल सेंटर पॉइंट दे नाल कनैक्ट ने, तां जिन्ने ਜਿਹੜੇ PC हब ਦੇ ਨਾਲ ਕਨੈਕਟ ਆ ਉਹ ਕੀ ਆ ਆਪਸ ਦੇ ਵਿੱਚ ਕੀ ਕਰ ਸਕਦੇ ਨੇ ਡਾਟਾ ਸ਼ੇਅਰਿੰਗ ਜਦੋਂ ਉਹ ਹੱਬ ਦੇ ਨਾਲ ਕਨੈਕਟ ਨੇ। ਸੋ ਨੈਕਸਟ ਟੋਪਿਕ ਇਜ਼ ਰਾਊਟਰ। A router is hardware device designed to receive, analyze and forward incoming data। ਰਾਊਟਰ ਕੀ ਆ ਇੱਕ ਹਾਰਡਵੇਅਰ ਡਿਵਾਈਸ ਆ ਜਿਹੜੀ ਕੀ ਕਰਦੀ ਆ ਡਿਜ਼ਾਈਨ ਕੀਤੀ ਗਈ ਆ ਮਤਲਬ ਰਿਸੀਵ ਕਰਨਾ ਉਹਨੇ ਡਾਟਾ ਨੂੰ ਰਿਸੀਵ ਕਰਕੇ ਉਸ ਦਾ ਕੀ ਕਰਨਾ ਐਨਾਲਾਈਜ਼ ਕਰਨਾ ਐਂਡ ਫਾਰਵਰਡ ਤਾਂ ਉਸ ਤੋਂ ਬਾਅਦ ਕੀ ਕਰ ਦੇਣਾ ਉਹਨੂੰ ਫਾਰਵਰਡ ਕਰ ਦੇਣਾ ਇਨਕਮਿੰਗ ਡੇਟਾ ਵਿਦਿਨ ਅ ਨੈਟਵਰਕ ਔਰ ਟੂ ਅਨਦਰ ਨੈਟਵਰਕ ਮਤਲਬ ਜਾਂ ਤਾਂ ਉਸੇ ਨੈਟਵਰਕ 'ਤੇ ਜਾਂ ਫਿਰ ਉਸ ਤੋਂ ਅਨਦਰ ਅਗਲੇ ਨੈਟਵਰਕ 'ਤੇ ਕੀ ਆ ਰਾਊਟਰ ਨੇ ਡਾਟਾ ਨੂੰ ਸੈਂਡ ਕਰ ਦੇਣਾ। Next is advantages and disadvantages of network. Firstly, we will read advantages of network. So first advantages is sharing files, data and information। ਕਿ ਜਿਵੇਂ ਅਸੀਂ ਅੱਗੇ ਰੀਡ ਕਰ ਚੁੱਕੇ ਹਾਂ ਕਿ ਨੈਟਵਰਕਿੰਗ ਦੇ ਵਿੱਚ ਕੀ ਆ ਅਸੀਂ ਡਾਟਾ ਨੂੰ ਸ਼ੇਅਰ ਕਰ ਸਕਦੇ ਹਾਂ। ਸੋ ਯੂ ਕੈਨ ਸ਼ੇਅਰ ਡੇਟਾ ਪ੍ਰੋਗਰਾਮ ਐਂਡ ਡਿਫਰੈਂਟ ਰਿਸੋਰਸਿਸ ਵਿਦ ਇਟ ਕਿ ਨੈਟਵਰਕਿੰਗ ਦੇ ਥਰੂ ਅਸੀਂ ਡੇਟਾ ਜਿਹੜਾ ਵਾ ਉਹਨੂੰ ਵੀ ਸ਼ੇਅਰ ਕਰ ਸਕਦੇ ਹਾਂ ਅਤੇ ਐਜ਼ ਵੈਲ ਐਜ਼ ਜਿਹੜੇ ਸਾਡੇ ਰਿਸੋਰਸਿਸ ਨੇ ਉਹਨਾਂ ਨੂੰ ਵੀ ਸ਼ੇਅਰ ਕਰ ਸਕਦੇ ਹਾਂ। ਇਟ ਇਜ਼ ਓਨਲੀ ਪੋਸੀਬਲ ਬਿਕੋਜ਼ ਆਲ ਦੀ ਫਾਈਲਸ ਐਂਡ ਸਟੋਰਡ ਔਨ ਸਰਵਰ ਕਿ ਜਿੰਨੀਆਂ ਵੀ ਜਿਹੜੀਆਂ ਮਤਲਬ ਫਾਈਲਸ ਨੇ ਉਹ ਕਾਹਦੇ 'ਤੇ ਸਟੋਰਡ ਹੋਣੀਆਂ ਚਾਹੀਦੀਆਂ ਵਾ ਸਰਵਰ 'ਤੇ ਤਾਂ ਹੀ ਜਿਹੜੀ ਮਤਲਬ ਡਾਟਾ ਸ਼ੇਅਰਿੰਗ ਆ ਉਹ ਪੋਸੀਬਲ ਆ। Second is sharing hardware and software. You can share hardware and software within a network easily ਕਿ ਨੈਟਵਰਕ ਦੇ ਥਰੂ ਅਸੀਂ ਹਾਰਡਵੇਅਰ ਪਾਰਟਸ ਐਂਡ ਜਿਹੜੇ ਸੋਫਟਵੇਅਰ ਆ ਮਤਲਬ ਕੋਈ ਪ੍ਰੋਗਰਾਮ ਆ ਉਹਨਾਂ ਨੂੰ ਵੀ ਸ਼ੇਅਰ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਅ ਪ੍ਰਿੰਟਰ ਕੈਨ ਬੀ ਸ਼ੇਅਰਡ ਅਮੰਗ ਦੀ ਯੂਜ਼ਰਸ ਇਨ ਅ ਨੈਟਵਰਕ ਕਿ ਇੱਕ ਪ੍ਰਿੰਟਰ ਜਿਹੜਾ ਵਾ ਉਹ ਬਹੁਤ ਯੂਜ਼ਰਸ ਦੇ ਵਿਚਕਾਰ ਸ਼ੇਅਰ ਕੀਤਾ ਜਾਂਦਾ ਅਗਰ ਉਹ ਜਿਹੜੇ ਯੂਜ਼ਰ ਆ ਉਹ ਨੈਟਵਰਕਿੰਗ ਦੇ ਵਿੱਚ ਆ so that there is no need to have individual printers for each and every computer in the company। ਤਾਂ ਹਰ ਇੱਕ ਜਿਹੜਾ ਕੰਪਿਊਟਰ ਆ ਜਦੋਂ ਅਸੀਂ ਨੈਟਵਰਕਿੰਗ ਦੇ ਥਰੂ ਕਨੈਕਟ ਆ ਤਾਂ ਹਰ ਇੱਕ ਕੰਪਿਊਟਰ ਨੂੰ ਡਿਫਰੈਂਟ ਜਿਹੜਾ ਵਾ ਅਲੱਗ ਇੰਡੀਵਿਜੂਅਲ ਜਿਹੜਾ ਪ੍ਰਿੰਟਰ ਆ ਉਹ ਲੈਣ ਦੀ ਜ਼ਰੂਰਤ ਨਹੀਂ ਗੀ। Third is communication media. Network provides a very fast communication media ਕਿ ਨੈਟਵਰਕਿੰਗ ਦੇ ਥਰੂ ਕੀ ਆ ਬਹੁਤ ਤੇਜ਼ੀ ਜਿਹੜਾ ਮਤਲਬ ਫਾਸਟ ਸਪੀਡ ਵਾਲਾ ਕਮਿਊਨੀਕੇਸ਼ਨ ਮੀਡੀਆ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ। ਫੋਰ ਐਗਜ਼ਾਮਪਲ ਈਮੇਲ ਇਜ਼ ਯੂਜ਼ਡ ਐਜ਼ ਅ ਫਾਸਟ ਮੀਡੀਆ ਇਨ ਡਿਫਰੈਂਟ ਆਫਿਸਿਸ ਕਿ ਇੱਕ ਈਮੇਲ ਜਿਹੜੀ ਆ ਮਤਲਬ ਆਫਿਸਿਸ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਇਨ ਰੀਅਲ ਲਾਈਫ ਅਸੀਂ ਜੇ ਗੱਲ ਕਰੀਏ ਤਾਂ ਜਿਵੇਂ ਵਟਸਐਪ ਦੇ ਥਰੂ ਆ ਜਾਂ ਮੈਸੇਂਜਰ ਦੇ ਥਰੂ ਆ ਅਸੀਂ ਕੋਈ ਵੀ ਜਿਹੜਾ ਆਪਣਾ ਕਮਿਊਨੀਕੇਸ਼ਨ ਆ ਕਿਸੇ ਦੇ ਨਾਲ ਕ੍ਰੀਏਟ ਕਰਦੇ ਹਾਂ ਤਾਂ ਅਸੀਂ ਬਹੁਤ ਈਜ਼ਲੀ ਅਤੇ ਵਿਦਿਨ ਅ ਫਾਸਟ ਸਪੀਡ ਕ੍ਰੀਏਟ ਕਰ ਸਕਦੇ ਹਾਂ। And fourth is file integrity. File integrity remains continuous due to network। ਜਿਹੜੀ ਫਾਈਲ ਦੀ ਇੰਟੀਗ੍ਰਿਟੀ ਆ ਮਤਲਬ ਕਿ ਅਖੰਡਤਾ ਜਿਹਨੂੰ ਕਿਹਾ ਜਾਂਦਾ ਵਾ ਕਿ ਉਹ ਰਿਮੇਨ ਰਹਿੰਦੀ ਆ ਬਣੀ ਰਹਿੰਦੀ ਆ ਜਦੋਂ ਅਸੀਂ ਨੈਟਵਰਕਿੰਗ 'ਤੇ ਕੰਮ ਕਰ ਰਹੇ ਹਾਂ। ਇਟ ਸੇਵਸ ਮੱਚ ਟਾਈਮ ਕਿ ਜਦੋਂ ਅਸੀਂ ਫਾਈਲ ਇੰਟੀਗ੍ਰਿਟੀ ਯੂਜ਼ ਕਰ ਰਹੇ ਹਾਂ ਤਾਂ ਸਾਡਾ ਜਿਹੜਾ ਟਾਈਮ ਆ ਉਹ ਸੇਵ ਹੁੰਦਾ ਵਾ। ਨੈਟਵਰਕ ਹੈਲਪਸ ਇਨ ਫਾਸਟ ਸੇਵਿੰਗ ਐਂਡ ਸ਼ੇਅਰਿੰਗ ਆਫ ਫਾਈਲਸ। ਨੈਟਵਰਕ ਕਿਸ ਚੀਜ਼ ਵਿੱਚ ਹੈਲਪ ਕਰਦਾ ਵਾ ਫਾਈਲਸ ਨੂੰ ਸੇਵ ਕਰਨ ਦੇ ਲਈ ਅਤੇ ਸ਼ੇਅਰ ਕਰਨ ਦੇ ਲਈ। ਫਿਫਥ ਇਜ਼ ਕੋਸਟ ਇਫੈਕਟਿਵ। We can share costly input and output devices like printer with the network। ਕੋਸਟ ਇਫੈਕਟਿਵ ਅਸੀਂ ਕਿਸ ਚੀਜ਼ ਨੂੰ ਕਹਿ ਸਕਦੇ ਹਾਂ ਕਿ ਜਿਹੜੀ ਸਾਡੇ ਪੈਸੇ ਆ ਮਤਲਬ ਉਹਦੀ ਬੱਚਤ ਆ ਕਿ ਘੱਟ ਪੈਸਿਆਂ ਦੇ ਵਿੱਚ ਜਦੋਂ ਅਸੀਂ ਸ਼ੇਅਰ ਕਰ ਸਕਦੇ ਹਾਂ ਇਨਪੁੱਟ ਐਂਡ ਆਊਟਪੁੱਟ ਡਿਵਾਈਸਿਸ ਤਾਂ ਉਹਦੇ ਨਾਲ ਸਾਡੀ ਸੇਵਿੰਗ ਦੀ ਮਨੀ ਜਿਹੜੀ ਉਹਦੀ ਸੇਵਿੰਗ ਹੁੰਦੀ ਆ। ਇਟ ਰਿਡਿਊਸ ਦੀ ਕੋਸਟ ਆਫ ਸਿਸਟਮ ਮਤਲਬ ਇਹ ਕੀ ਆ ਸਿਸਟਮ ਦੀ ਜਿਹੜੀ ਕੋਸਟ ਆ ਉਹਨੂੰ ਘੱਟ ਕਰਦਾ ਬਿਕੋਜ਼ ਆਫ ਅਸੀਂ ਸ਼ੇਅਰ ਕਰ ਸਕਦੇ ਹਾਂ ਕੋਸਟਲੀ ਜਿਹੜੀਆਂ ਇਨਪੁੱਟ ਐਂਡ ਆਊਟਪੁੱਟ ਡਿਵਾਈਸਿਸ ਨੇ। ਸਿਕਸਥ ਇਜ਼ ਰਿਲਾਇਬਿਲਿਟੀ। ਨੈਟਵਰਕ ਇਨਸ਼ੋਰ ਯੂਜ਼ ਆਫ ਮੈਨੀ ਰਿਸੋਰਸਿਸ ਟੂ ਅਸ ਕਿ ਨੈਟਵਰਕ ਦੇ ਥਰੂ ਕੀ ਆ ਅਸੀਂ ਬਹੁਤ ਸਾਰੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਯੂਜ਼ ਕਰਦੇ ਹਾਂ ਮਤਲਬ ਸਾਨੂੰ ਭਰੋਸਾ ਦਿਵਾਉਂਦਾ ਵਾ ਯੂਜ਼ ਕਰਨ ਦੇ ਲਈ। ਐਗਜ਼ਾਮਪਲ ਵੈਨ ਹਾਰਡਵੇਅਰ ਫੇਲਸ ਕਿ ਜਦੋਂ ਜਿਹੜਾ ਕੋਈ ਹਾਰਡਵੇਅਰ ਆ ਉਹ ਫੇਲ ਹੋ ਜਾਂਦਾ ਵਾ
then information can be recovered from other computer with the help of network। ਤਾਂ ਜਿਹੜੇ ਉਹਦੇ ਨਾਲ ਦੇ ਹੋਰ ਕੰਪਿਊਟਰਸ ਨੇ ਜੋ ਨੈਟਵਰਕਿੰਗ ਦੇ ਵਿੱਚ ਕਨੈਕਟਡ ਨੇ ਤਾਂ ਉਹਨਾਂ ਦੇ ਰਾਹੀਂ ਜਿਹੜੀ ਕੋਈ ਵੀ ਸਾਡੀ ਇਨਫੋਰਮੇਸ਼ਨ ਆ ਉਹਨੂੰ ਕੀ ਕੀਤਾ ਜਾਂਦਾ ਵਾ, ਰਿਕਵਰ ਕੀਤਾ ਜਾਂਦਾ ਵਾ, ਕਿਹਦੀ ਹੈਲਪ ਦੇ ਨਾਲ, ਹੈਲਪ ਆਫ ਨੈਟਵਰਕ। 7th is flexibility। ਕਹਿੰਦੇ it provides more flexibility because in it there is a possibility of connecting device of different businessmen। ਕਿ ਜਿਵੇਂ ਅਸੀਂ ਨੋਰਮਲ ਰੀਅਲ ਲਾਈਫ ਦੇ ਵਿੱਚ ਗੱਲ ਕਰੀਏ ਫਲੈਕਸੀਬਲ ਕੋਈ ਕੱਪੜਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਕੋਰਡਿੰਗ ਟੂ ਸਾਈਜ਼ ਜਿਹੜਾ ਵਾ ਮਤਲਬ ਉਹ ਐਡਜਸਟ ਹੋ ਜਾਂਦਾ ਵਾ, ਸੇਮ ਇਸੇ ਤਰ੍ਹਾਂ ਮਤਲਬ ਇਹਦੇ ਵਿੱਚ ਫਲੈਕਸੀਬਿਲਿਟੀ ਦਾ ਕੀ ਮੀਨਿੰਗ ਆ ਕਿ ਬਹੁਤ ਸਾਰੇ ਜਿਹੜੇ ਮਤਲਬ ਡਿਵਾਈਸਿਸ ਨੇ ਡਿਫਰੈਂਟ ਬਿਜ਼ਨਸਮੈਨ ਦੀਆਂ ਮਤਲਬ ਉਹਨਾਂ ਦੀ ਪੋਸੀਬਿਲਿਟੀ ਆ ਕਨੈਕਟਿੰਗ ਦੀ, ਮਤਲਬ ਅਸੀਂ ਉਹਨਾਂ ਨੂੰ ਕਨੈਕਟ ਕਰ ਸਕਦੇ ਹਾਂ ਬਹੁਤ ਸਾਰੀਆਂ ਡਿਫਰੈਂਟ ਡਿਵਾਈਸਿਸ ਨੂੰ। ਸੋ ਨੈਟਵਰਕਿੰਗ ਕੀ ਪ੍ਰੋਵਾਈਡ ਕਰਦੀ ਆ, ਮੋਰ flexibility। 8th is backup। It is difficult to get backup of a file from different computers। ਕਿ ਇਹ ਬਹੁਤ ਔਖਾ ਵਾ ਕਿ ਬੈਕਅਪ ਲੈਣਾ ਆਫ ਆ ਫਾਈਲ, ਕਿਸੇ ਵੀ ਫਾਈਲ ਦਾ, ਫਰੋਮ ਕਿਹਨਾਂ ਤੋਂ, ਡਿਫਰੈਂਟ ਕੰਪਿਊਟਰਸ, ਕਿ ਜਿੰਨੇ ਵੀ ਨੈਟਵਰਕਿੰਗ ਦੇ ਵਿੱਚ ਡਿਫਰੈਂਟ ਕੰਪਿਊਟਰਸ ਕਨੈਕਟਡ ਨੇ। ਕਹਿੰਦੇ ਬਟ ਇਟ ਇਜ਼ ਈਜ਼ੀ ਟੂ ਟੇਕ ਬੈਕਅਪ ਫਰੋਮ ਸਰਵਰ। ਕਿ ਹੁਣ ਡਿਫਰੈਂਟ ਕੰਪਿਊਟਰਸ ਦੀ ਜਗ੍ਹਾ ਜਿਹੜਾ ਬੈਕਅਪ ਆ ਉਹ ਕਿਹਦੇ ਤੋਂ ਸੌਖਾ ਵਾ ਲੈਣਾ, ਸਰਵਰ ਤੋਂ। ਇਫ ਵੀ ਆਰ ਲਿੰਕਡ ਵਿਦ ਨੈਟਵਰਕ। ਕਿ ਅਗਰ ਅਸੀਂ ਨੈਟਵਰਕਿੰਗ ਦੇ ਵਿੱਚ ਕਨੈਕਟ ਹਾਂ ਕਿ ਮਤਲਬ ਇੱਕ ਮੇਨ ਸਰਵਰ ਆ ਅਤੇ ਉਹਦੇ ਨਾਲ ਦੇ ਕਲਾਇੰਟਸ ਨੇ, ਤਾਂ ਜਿਹੜਾ ਸਰਵਰ ਆ ਉਹਦੇ ਤੋਂ ਕੀ ਲਿਆ ਜਾ ਸਕਦਾ, ਡੇਟਾ ਦਾ ਬੈਕਅਪ ਲੈ ਕੇ ਰੱਖਿਆ ਜਾ ਸਕਦਾ। 9th ਇਜ਼ ਸਿਕਿਉਰਿਟੀ। ਨੈਟਵਰਕ ਪ੍ਰੋਵਾਈਡਸ ਸਿਕਿਉਰਿਟੀ ਟੂ ਅਸ। ਕਿ ਨੈਟਵਰਕ ਸਾਨੂੰ ਕੀ ਪ੍ਰੋਵਾਈਡ ਕਰਦਾ ਵਾ, ਸਿਕਿਉਰਿਟੀ ਪ੍ਰੋਵਾਈਡ ਕਰਦਾ ਵਾ। ਨੈਟਵਰਕ ਯੂਜ਼ਰ ਕੈਨ ਰਨ ਅ ਫਿਊ ਫਾਈਲਸ ਔਰ ਐਪਲੀਕੇਸ਼ਨਸ। ਜਦੋਂ ਨੈਟਵਰਕਿੰਗ ਯੂਜ਼ਰ ਮਤਲਬ ਜੋ ਨੈਟਵਰਕਿੰਗ ਨੂੰ ਯੂਜ਼ ਕਰ ਰਿਹਾ ਵਾ ਤਾਂ ਉਹ ਕੀ ਕਰ ਸਕਦਾ ਵਾ, ਜਿਹੜੀਆਂ ਫਾਈਲਸ ਆ ਜਾਂ ਕੋਈ ਵੀ ਜਿਹੜੀਆਂ ਐਪਲੀਕੇਸ਼ਨਸ ਨੇ ਮਤਲਬ ਉਹਨਾਂ ਨੂੰ ਚਲਾ ਸਕਦਾ ਵਾ। ਕਿੰਨੀਆਂ ਕੁ ਫਾਈਲਸ, ਫਿਊ ਫਾਈਲਸ, ਮਤਲਬ ਕਿ ਕੁਝ ਕੁ ਫਾਈਲਸ ਜਿਹਨਾਂ ਨੂੰ ਅਸੀਂ ਕਹੀਏ ਮਤਲਬ ਉਹਨਾਂ ਨੂੰ ਚਲਵਾ ਸਕਦਾ ਵਾ। ਐਂਡ ਲਾਸਟ ਇਜ਼ ਸਪੀਡ। ਸ਼ੇਅਰਿੰਗ ਐਂਡ ਟਰਾਂਸਫਰਿੰਗ ਫਾਈਲਸ ਵਿਦਿਨ ਅ ਨੈਟਵਰਕਸ ਇਜ਼ ਵੈਰੀ ਰੈਪਿਡ। ਕਿ ਫਾਈਲਸ ਦੀ ਸ਼ੇਅਰਿੰਗ ਕਰਨੀ ਜਾਂ ਟਰਾਂਸਫਰਿੰਗ ਕਰਨੀ, ਫਾਈਲਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਭੇਜਣਾ, ਉਹ ਕੀ ਆ, ਬਹੁਤ ਹੀ ਤੇਜ਼ੀ ਨਾਲ ਵਰਕ ਹੁੰਦਾ ਵਾ। ਵਿਦਿਨ ਨੈਟਵਰਕ ਇਜ਼ ਵੈਰੀ ਰੈਪਿਡ ਡਿਪੈਂਡਿੰਗ ਔਨ ਦੀ ਟਾਈਪ ਆਫ ਨੈਟਵਰਕ। ਨਾਲ ਦੀ ਨਾਲ ਕੀ ਆ ਕਿ ਜੋ ਅਸੀਂ ਜਿਸ ਟਾਈਪ ਦਾ ਨੈਟਵਰਕ ਯੂਜ਼ ਕਰ ਰਹੇ ਹਾਂ ਉਸ ਚੀਜ਼ 'ਤੇ ਡਿਪੈਂਡ ਕਰ ਰਿਹਾ ਵਾ। ਮਤਲਬ ਕੋਈ ਜਿਹੜਾ ਨੈਟਵਰਕ ਆ ਉਹਦੀ ਜਿਹੜੀ ਸਪੀਡ ਆ ਉਹ ਤੇਜ਼ ਆ ਤਾਂ ਉਹਦਾ ਜਿਹੜਾ ਵਰਕ ਆ ਉਹ ਉਨੀ ਤੇਜ਼ੀ ਨਾਲ ਹੋਏਗਾ। ਅਗਰ ਕੋਈ ਸਪੀਡ ਆ ਮਤਲਬ ਅਗਰ ਕੋਈ ਨੈਟਵਰਕ ਆ ਮਤਲਬ ਜਿਹਦੀ ਜਿਹੜੀ ਸਪੀਡ ਹੈ ਉਹ ਘੱਟ ਹੈ ਤਾਂ ਫਿਰ ਕੀ ਆ, ਜਿਹੜਾ ਫਾਈਲਸ ਸ਼ੇਅਰਿੰਗ ਆ ਉਹ ਵੀ ਕੀ ਹੋਊਗੀ, ਸਲੋ ਸਪੀਡ 'ਤੇ। ਦਿਸ ਵਿਲ ਸੇਵ ਟਾਈਮ ਵਾਈਲ ਮੇਨਟੇਨਿੰਗ ਦਾ ਇੰਟੀਗ੍ਰਿਟੀ ਆਫ ਫਾਈਲਸ। ਇਹਦੇ ਨਾਲ ਕੀ ਆ ਕਿ ਜਦੋਂ ਅਸੀਂ ਫਾਈਲਸ ਆਪਣੀਆਂ ਨੈਟਵਰਕਿੰਗ ਦੇ ਥਰੂ ਸ਼ੇਅਰ ਕਰਦੇ ਹਾਂ ਤਾਂ ਸਾਡਾ ਜਿਹੜਾ ਟਾਈਮ ਆ ਉਹਦੀ ਕੀ ਹੁੰਦੀ ਆ, ਸੇਵਿੰਗ ਹੁੰਦੀ ਆ। ਐਜ਼ ਵੈਲ ਐਜ਼ ਸਾਡੀਆਂ ਜਿਹੜੀਆਂ ਫਾਈਲਸ ਨੇ ਉਹਨਾਂ ਦੀ ਇੰਟੀਗ੍ਰਿਟੀ ਵੀ ਕੀ ਰਹਿੰਦੀ ਹੈ, ਮੇਨਟੇਨ ਰਹਿੰਦੀ ਹੈ। ਸੋ ਨੈਕਸਟ ਇਜ਼ disadvantages of network। First is network failure। All the central facilities may fail due to network failure। ਕਿ ਅਗਰ ਨੈਟਵਰਕ ਜਿਹੜਾ ਵਾ ਉਹ ਫੇਲ ਹੋ ਜਾਂਦਾ ਵਾ ਤਾਂ ਜਿੰਨੀਆਂ ਵੀ ਨੈਟਵਰਕ ਦੀਆਂ ਫੈਸਿਲਿਟੀਜ਼ ਨੇ ਉਹ ਕੀ ਆ, ਸਾਰੀਆਂ ਹੀ ਫੇਲ ਹੋ ਜਾਂਦੀਆਂ। ਮਤਲਬ ਕਿ ਮੇਨ ਜਿਹੜਾ ਵਰਕ ਆ ਉਹ ਨੈਟਵਰਕ 'ਤੇ ਹੀ ਚੱਲ ਰਿਹਾ। ਅਗਰ ਨੈਟਵਰਕ ਹੀ ਨਹੀਂ ਮਿਲਿਆ, ਮਤਲਬ ਨੈਟਵਰਕ 'ਚ ਪ੍ਰੋਬਲਮ ਆ ਗਈ, ਤਾਂ ਜਿੰਨਾ ਵੀ ਅਸੀਂ ਉਹਦੇ ਨਾਲ ਅੱਗੇ ਐਡਵਾਂਟੇਜਿਸ ਰੀਡ ਕਰਕੇ ਗਏ ਹਾਂ ਵੀ ਡਾਟਾ ਸ਼ੇਅਰਿੰਗ ਹੈ ਜਾਂ ਫਾਈਲਸ ਦੀ ਸ਼ੇਅਰਿੰਗ ਹੈ, ਤਾਂ ਉਹ ਸਾਰਾ ਕੁਛ ਕੀ ਹੈ, ਫੇਲ ਹੈ। ਮਤਲਬ ਕੋਈ ਵੀ ਜਿਹੜਾ ਕੰਮ ਆ ਉਹ ਨਹੀਂ ਹੋ ਸਕਦਾ। ਸੈਕਿੰਡ ਇਜ਼ ਮੈਨੇਜਮੈਂਟ ਆਫ ਹੋਲ ਨੈਟਵਰਕ ਇਜ਼ ਟਫ। ਕਿਉਂਕਿ ਨੈਟਵਰਕਿੰਗ ਦੇ ਵਿੱਚ ਕੀ ਆ, ਜਿਹੜੇ ਕੰਪਿਊਟਰਸ ਨੇ ਉਹਨਾਂ ਦੀ ਗਿਣਤੀ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਆ। ਤਾਂ ਨੈਟਵਰਕਿੰਗ ਦੇ ਵਿੱਚ ਜਦੋਂ ਨੰਬਰ ਆਫ ਕੰਪਿਊਟਰਸ ਜਿਹੜੇ ਉਹ ਇਨਕਰੀਜ਼ ਹੋ ਗਏ ਤਾਂ ਉਹਨਾਂ ਦੀ ਮੈਨੇਜਮੈਂਟ ਵੀ ਕੀ ਹੋ ਜਾਏਗੀ, ਉਨੀ ਹੀ ਟਫ ਹੋ ਜਾਏਗੀ। ਸੋ ਮੈਨੇਜਮੈਂਟ ਕੀ ਆ, ਟਫ ਆ ਨੈਟਵਰਕਿੰਗ ਦੇ। ਥਰਡ ਡਿਸਐਡਵਾਂਟੇਜਸ ਇਜ਼ ਸਿਕਿਉਰਿਟੀ। ਡੇਂਜਰ ਆਫ ਸਿਕਿਉਰਿਟੀ ਇਜ਼ ਆਲਵੇਜ਼ ਪ੍ਰੈਜ਼ੈਂਟ ਔਨ ਨੈਟਵਰਕ। ਕਿ ਸਿਕਿਉਰਿਟੀ ਦਾ ਜਿਹੜਾ ਖਤਰਾ ਵਾ ਉਹ ਹਮੇਸ਼ਾ ਹੀ ਪ੍ਰੈਜ਼ੈਂਟ ਹੁੰਦਾ ਵਾ, ਕਾਹਦੇ 'ਤੇ, ਨੈਟਵਰਕ 'ਤੇ। ਡੇਟਾ ਕੈਨ ਬੀ ਮਿਸਯੂਜ਼ਡ ਔਨ ਨੈਟਵਰਕ। ਕਿ ਜਿਹੜਾ ਸਾਡਾ ਡੇਟਾ ਨੈਟਵਰਕ 'ਤੇ ਆ ਉਹਦਾ ਕੀ ਆ, ਮਿਸਯੂਜ਼ ਹੋ ਸਕਦਾ ਬਿਕੋਜ਼ ਆਫ
ਕਿ ਸਾਨੂੰ ਸਿਕਿਉਰਿਟੀ ਜਿਹੜੀ ਆ ਉਹ ਨੈਟਵਰਕ ਦੇ ਵੱਲੋਂ ਪ੍ਰੋਵਾਈਡ ਤਾਂ ਕੀਤੀ ਜਾਂਦੀ ਆ। ਫੋਰ ਐਗਜ਼ਾਮਪਲ ਕਿ ਅਗਰ ਕੋਈ ਅਸੀਂ ਅਕਾਊਂਟ ਵਗੈਰਾ ਆਪਣਾ ਕ੍ਰੀਏਟ ਕਰਦੇ ਹਾਂ ਤਾਂ ਅਸੀਂ ਉਹਨੂੰ ਇੱਕ ਪਾਸਵਰਡ ਲਗਾਉਂਦੇ ਹਾਂ ਜਿਹੜਾ ਸਿਰਫ ਸਾਨੂੰ ਹੀ ਪਤਾ ਹੁੰਦਾ। ਉਹ ਕੀ ਆ, ਇੱਕ ਸਾਡਾ ਸਿਕਿਉਰਿਟੀ ਦਾ ਕੰਮ ਕਰਦਾ ਵਾ। ਬਟ ਬਹੁਤ ਸਾਰੇ ਇਹੋ ਜਿਹੇ ਮਤਲਬ ਜਿਹੜੇ ਐਪਸ ਨੇ, ਸੋਫਟਵੇਅਰਸ ਨੇ, ਉਹ ਡਿਵੈਲਪ ਕੀਤੇ ਗਏ ਆ ਜਿਹੜੇ ਕੀ ਆ ਪਾਸਵਰਡਸ ਨੂੰ ਬਲੌਕ ਕਰ ਦਿੰਦੇ ਨੇ ਜਾਂ ਹੈਕ ਕਰ ਲਿਆ ਜਾਂਦਾ ਵਾ ਡਾਟਾ ਜਿਹੜਾ ਵਾ ਕੰਪਿਊਟਰ ਆ। ਸੋ ਇਹਦਾ ਕਰਕੇ ਜਿਹੜਾ ਸਾਡਾ ਡਾਟਾ ਵਾ ਮਤਲਬ ਉਹ ਹੈਕਰਸ ਦੇ ਵੱਲੋਂ ਜਾਂ ਹੋਰ ਅਨਦਰ ਯੂਜ਼ਰਸ ਦੇ ਵੱਲੋਂ ਕੀ ਆ ਯੂਜ਼ ਕੀਤਾ ਜਾਂਦਾ ਵਾ ਅਤੇ ਜਿਹਦਾ ਉਹ ਮਿਸਯੂਜ਼ ਵੀ ਕਰਦੇ ਆ। ਫੋਰਥ ਇਜ਼ ਐਕਸਪੈਂਸਿਵ ਟੂ ਬਿਲਡ। ਐਕਸਪੈਂਸਿਵ ਮੀਨ ਟੂ ਸੇ ਕਿ ਕੋਸਟਲੀ, ਮਹਿੰਗਾ ਵਾ ਜਦੋਂ ਅਸੀਂ ਨੈਟਵਰਕ ਨੂੰ ਬਣਾਉਣਾ ਵਾ। ਬਿਲਡ ਮਤਲਬ ਜਦੋਂ ਅਸੀਂ ਉਹਨੂੰ ਬਣਾਉਂਦੇ ਹਾਂ। ਬਿਲਡਿੰਗ ਆ ਨੈਟਵਰਕ ਇਜ਼ ਅ ਸੀਰੀਅਸ ਬਿਜ਼ਨਸ ਇਨ ਮੈਨੀ ਓਕੇਜ਼ਨਸ। ਕਿ ਨੈਟਵਰਕ ਨੂੰ ਜਦੋਂ ਬਣਾਉਣਾ ਵਾ ਉਹ ਕੀ ਆ, ਬਹੁਤ ਹੀ ਇੱਕ ਸੀਰੀਅਸ ਵਰਕ ਆ, ਐਜ਼ ਵੈਲ ਐਜ਼ ਇਹ ਇੱਕ ਐਕਸਪੈਂਸਿਵ ਆ ਕਿਉਂਕਿ ਨੈਟਵਰਕਿੰਗ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਪਿਊਟਰਸ ਨੇ ਜਾਂ ਉਹਦੇ ਨਾਲ ਦੇ ਹੋਰ ਹਾਰਡਵੇਅਰਸ ਨੇ, ਸੋਫਟਵੇਅਰਸ ਨੇ, ਉਹਨਾਂ ਦੀ ਮਤਲਬ ਜਿਹੜੀ ਵਰਤੋਂ ਆ ਉਹ ਕੀਤੀ ਜਾਂਦੀ ਆ, ਜ਼ਰੂਰਤ ਆ। ਸੋ ਦੈਟਸ ਵਾਈ ਜਦੋਂ ਅਸੀਂ ਇਹਨੂੰ ਬਿਲਡ ਕਰਨਾ ਵਾ ਨੈਟਵਰਕ ਨੂੰ, ਉਹ ਕੀ ਆ, ਇੱਕ ਐਕਸਪੈਂਸਿਵ ਵਰਕ ਆ। ਐਂਡ ਲਾਸਟ ਇਜ਼ ਲਾਰਜ ਸਕੇਲ ਔਰਗੇਨਾਈਜੇਸ਼ਨਸ। ਕਿ ਜਿਹੜੀਆਂ ਬਹੁਤ ਹੀ ਵੱਡੇ ਪੱਧਰ 'ਤੇ ਮਤਲਬ ਜਿਹੜੀਆਂ ਔਰਗੇਨਾਈਜੇਸ਼ਨਸ ਨੇ ਉਹਨਾਂ ਦੇ ਲਈ ਕਹਿੰਦੇ ਕੇਬਲਸ ਐਂਡ ਅਦਰ ਹਾਰਡਵੇਅਰ ਆਰ ਵੈਰੀ ਪ੍ਰਾਈਜ਼ੀ ਟੂ ਬਾਈ ਐਂਡ ਰੀਪਲੇਸ। ਕਿ ਜਿਹੜੇ ਹੁਣ ਕੇਬਲਸ ਨੇ ਜਾਂ ਜਿਹੜੇ ਹੋਰ ਹਾਰਡਵੇਅਰਸ ਲੱਗੇ ਹੋਏ ਨੇ ਨਾਲ, ਉਹਨਾਂ ਹਾਰਡਵੇਅਰਸ ਨੂੰ ਖਰੀਦਣਾ ਅਤੇ ਐਜ਼ ਵੈਲ ਐਜ਼ ਰੀਪਲੇਸ ਕਰਨਾ ਉਹ ਕੀ ਆ, ਬਹੁਤ ਹੀ ਔਖਾ ਵਾ। ਕਿਉਂਕਿ ਜਿੰਨੀ ਵੱਡੀ ਕੋਈ ਔਰਗੇਨਾਈਜੇਸ਼ਨਸ ਆ ਓਨਾ ਹੀ ਜ਼ਿਆਦਾ ਉਹਨੂੰ ਮਤਲਬ ਹਾਰਡਵੇਅਰ ਪਾਰਟਸ ਅਤੇ ਕੇਬਲਸ ਦੀ ਜ਼ਰੂਰਤ ਹੁੰਦੀ ਆ ਜਿਹੜੀਆਂ ਕੀ ਆ ਬਹੁਤ ਹੀ ਕੋਸਟਲੀਆਂ ਵਾ। ਸੋ ਲਾਰਜ ਸਕੇਲ ਔਰਗੇਨਾਈਜੇਸ਼ਨਸ ਦੇ ਲਈ ਇਹ ਕੀ ਆ, ਇੱਕ ਕੋਸਟਲੀ ਵਰਕ ਆ, ਮਹਿੰਗਾ ਕੰਮ ਆ ਹਾਰਡਵੇਅਰਸ ਨੂੰ ਅਤੇ ਕੇਬਲਸ ਨੂੰ ਬਾਏ ਕਰਨਾ। ਥੈਂਕ ਯੂ ਮਾਈ ਆਲ ਡੀਅਰ ਸਟੂਡੈਂਟਸ।